ਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ, ਤੋ ਪਰਮ ਗੁਰੂ ਨਾਨਕ ਗੁਣ ਗਾਵਾਂ। ਆਮੈਨ ਦੇਸ਼ਟ ਸ਼ੁਭ ਕਰੈ ਹਰੇ, ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਾਮ ਨਿਧ ਦਰਿਆਉ, ਜਨਮ ਹਮ ਕਾਲਕ ਧੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਕਨ ਹਰ ਬੂੰਦ ਬਸੋਰੋ, ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨ ਸੰਜੋਗ ਆਵੈ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋ ਹੈ ਬਨ ਆਵੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹੱਲਾ ਚੌਥਾ। ਹਉ ਗੁਣ ਗੋਵਿੰਦ ਹਰਿ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਹਰਿ ਪ੍ਰਭ ਅਗਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰਿ ਰਸ ਕੀਚੈ ਜੀਓ। ਹਉ ਗੁਣ ਗੋਬਿੰਦ ਹਰਿ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਹਰਿ ਪ੍ਰਭ ਅਗਮ ਅਗੋਚਰ ਸੁਆਮੀ, ਮਿਲ ਸਤਿਗੁਰ ਹਰਿ ਰਸ ਕੀਚੈ ਜੀਓ। ਧੰਨ ਧੰਨ ਹਰਿ ਜਨ, ਜਿਨ ਹਰਿ ਪ੍ਰਭ ਜਾਤਾ। ਜਾਏ ਪੁੱਛਾ ਜਨ ਹਰਿ ਕੀ ਬਾਤਾ। ਪਾਵ ਮਲੋਵਾ ਮਲ ਮਲ ਧੋਵਾ, ਮਿਲ ਹਰਿ ਜਨ ਹਰਿ ਰਸ ਪੀਚੈ ਜੀਓ। ਸਤਿਗੁਰ ਦਾਤੈ ਨਾਮ ਦਿੜਾਇਆ, ਵਡ ਭਾਗੀ ਗੁਰ ਦਰਸ਼ਨ ਪਾਇਆ। ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰ ਪੂਰੈ ਅੰਮ੍ਰਿਤ ਲੀਚੈ ਜੀਓ। ਹਰਿ ਸਤ ਸੰਗਤ ਸਤ ਪੁਰਖ ਮਿਲਾਈਐ, ਮਿਲ ਸਤ ਸੰਗਤ ਹਰਿ ਨਾਮ ਧਿਆਈਐ। ਨਾਨਕ ਹਰਿ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰਿ ਨਾਮ ਪਰਿਚੈ ਜੀਓ।
हर सत संगत सतपुरख मिलाइए। मिल सत संगत हर नाम ध्याइए। नानक हर कथा सुनी बोली। गुरमत हर नाम परिचय जियो। हाँ गुण गोविंद हर नाम ध्याई। मिल संगत मन नाम वसाई। वाहिगुरु जी का खालसा राजपान अनपान देवान देव उपमा महान महामय उपमा दे मालक साहिब सतगुरु श्री गुरु ग्रंथ साहिब जी महाराज जी दी पावन पवित्र विचारधारा नाल मन बिरती करके सुरत बिरत करके जुड़े समूह सतसंगी जनों, आप जी सब संगतां वडभागे हो, धनता दे योग हो। सतसंग दीयां घड़ियां भागां नाल प्राप्त होंदियां ने। वड भागी हर संगत पावै, चोटां खावै। बिन भागां सत संग न लभै। बिन संगत मैल भरीजै जियो। इस करके जिहड़ी चीज़ वड्डियां भागां नाल मिलदी है वो कीमती हुंदी है, साਂਭ के रखण योग हुंदी है। ਉਹਦੇ द्वारा मनुख दा भला हुंदा है। गुरु साहब पहुंचिया है, हुणे विचार गोचरा प्राप्त होया पावन शब्द आप जी ने श्रवण करना कीता है। गुरु रामदास महाराज दी मेहरामत प्रारंभ दे विच माझ राग अंदर गुरु साहब जी दे 7 चौपदे चल रहे ने। उन्हां दे विचों 5वें चौपदे दी विचार आपां पिछे सरवण कीती सी। 6वां ते 7वां चौपदा साहब जी दा विचार गोचरा बाकी है। आओ मनविरतियां नूं एकागर करदे होए, ध्यान धरदे होए गुरु साहिबान दी बख्शी हुई फतेह बुलंद करो। आखो वाहिगुरु जी का खालसा वाहिगुरु जी की फतेह। उपरंत शरदा भावना निर्माणता मन की एकाग्रता शरीर की सावधानता के सहित हो करके आओ सरवण करते हैं जी। संपूर्ण राग है, इहदे गायन करन दा वक़्त अमृत वेले दा चौथा पहर, रात्रि दा चौथा पहर भाव ਉਹ गायन करन दा समा है। माझे देश दा गाया जाण वाला राग, उथों ही राग दा नाम माझ राग पिया। सोरठ बिलावल धनासरी नाट आदਿਕ इन्हां रागां नूं मिला करके जो ग्रंथ जो स्वरताल समूह ग्रंथ है ਉਹਦੇ ਵਿੱਚ ਇਹਦੀ ਬਣਤਰ इस तरह लिखी हुई है। और गायन करन दा समा रात्रि दा चौथा पहर वाले पासे बिरती जिहड़ी है जुड़ी है। तद फिर मिल संगत मन नाम वसाई। तब मिल संगत मन, हे मेरे मन हुण तू संगत विच मिलिया रहो। हुण संगत तो पासे ना होवी, मन नूं मुखातब है। हाओ गुण गोविंद हर नाम ध्याई। हरि दा पावन नाम जो गुण गोविंद दे गुण
ਗਾਉਣੇ ਇਹ ਹਰੀ ਦਾ ਨਾਮ ਧਿਆਉਣਾ ਹੀ ਹੈ। ਨਾਮ ਜਿਹੜਾ ਤੇ ਆਪਣੇ ਘਰ ਵਿੱਚ ਬੈਠ ਕੇ ਵੀ ਜਪ ਸਕਦਾ ਤੇ ਕੋਈ ਸੰਗਤ ਵਿੱਚ ਆ ਕੇ ਸੰਗਤੀ ਰੂਪ ਹੋ ਕਰਕੇ ਵੀ ਜਪ ਸਕਦਾ ਹੈ। ਜਪਿਆ ਹੋਇਆ ਨਾਮ ਸੁਖ ਦਿੰਦਾ ਹੈ। ਦੂਜੇ ਨੰਬਰ ਤੇ ਕੀਰਤਨ ਹੈ। ਕੀਰਤਨ ਵੀ ਉਸ ਨਾਮੀ ਦੀ ਹੀ ਸਿਫਤ ਸਲਾਹ ਹੈ, ਕੀਰਤੀ ਹੈ, ਜਿਸ ਦਾ ਨਗਰ ਹੁੰਦੀ ਹੈ। ਜਦ ਕਿ ਹੋਰ ਗੱਲਾਂ ਸੰਸਾਰੀ ਜਿਹੀਆਂ ਗੱਲਾਂ ਕਰਨ ਦੇ ਨਾਲ ਮਨ ਦੀਆਂ ਮਤਾਂ ਜਿਹੜੀਆਂ ਨੇ ਉਹ ਖਿੰਡੀਆਂ ਰਹਿੰਦੀਆਂ ਨੇ। ਇੱਕੋ ਇੱਕ ਨਿਰੋਲ, ਇੱਕੋ ਇੱਕ ਸਾਧਨ ਕਥਾ ਕੀਰਤਨ ਆ, ਜਿਹਦੇ ਚਿੱਤ ਬਿਰਤੀ ਇਕਾਗਰ ਹੁੰਦੀ ਹੈ ਤੇ ਇਕਾਗਰ ਮਨ ਹੀ ਜਿਹੜਾ ਹੈ ਉਹ ਨਾਮ ਨੂੰ ਆਪਣੇ ਵਿੱਚ ਸਮਾਉਂਦਾ ਹੈ। ਇਕਾਗਰ ਚਿੱਤ ਹੋਇਆ ਮਨ ਨਾਮ ਦੇ ਵਿੱਚ ਲੀਨ ਹੁੰਦਾ ਹੈ, ਤਦਾਕਾਰ ਹੋ ਜਾਂਦਾ ਹੈ ਔਰ ਪਵਿੱਤਰ ਹੁੰਦਾ ਹੈ ਤੇ ਰੱਬ ਪਿੱਛੇ ਲੱਗ ਤੁਰਦਾ ਹੈ। ਉਹ ਕਬੀਰ ਨੂੰ ਆਵਾਜ਼ਾਂ ਮਾਰਦਾ ਹੈ, ਕਹਿਤ ਕਬੀਰ ਕਬੀਰ। ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੇ ਲਾਗੂ ਹਰ ਫਿਰੈ, ਕਹਿਤ ਕਬੀਰ ਕਬੀਰ। ਤੇ ਦੂਜੇ ਬੰਨੇ ਦੂਜਾ ਪੱਖ ਵੀ ਰੱਖਿਆ ਹੈ। ਦੁਨੀਆ ਦੇ ਲੋਕ ਕਹਿੰਦੇ ਨੇ ਵੀ ਗੰਗਾ ਦਾ ਇਸ਼ਨਾਨ ਕਰਨਾ ਬਹੁਤ ਚੰਗਾ। ਗੰਗਾ ਵੱਡਾ ਪੁੰਨ ਤੀਰਥ ਮੰਨਿਆ ਗਿਆ। ਗੰਗਾ ਦੇ ਇਸ਼ਨਾਨ ਦਾ ਵੱਡਾ ਤੀਰਥ ਪੁੰਨ ਮੰਨਿਆ ਗਿਆ। ਪਰ ਕਬੀਰ ਸਾਹਿਬ ਕਹਿੰਦੇ ਵੀ ਭਾਵੇਂ ਕੋਈ ਗੰਗਾ ਦੇ ਕਿਨਾਰੇ ਜਾ ਕੇ ਘਰ ਹੀ ਕਿਉਂ ਨਾ ਪਾ ਲਵੇ, ਇਉਂ ਕਹਿ ਰਮੇ ਕਬੀਰ। ਇਉਂ ਕਹਿ ਕੇ ਕਬੀਰ ਸਾਹਿਬ ਚੁੱਪ ਹੋ ਗਏ। ਕਹਿੰਦੇ ਭਾਈ ਸਭ ਤੋਂ ਵੱਡੀ ਗੱਲ ਉਹ ਹੈ ਮਨ ਦੀ ਸ਼ੁੱਧਤਾ, ਤੇ ਮਨ ਦੀ ਸ਼ੁੱਧਤਾ, ਮਨ ਦੀ ਨਿਰਮਲਤਾ ਹੀ ਨਾਮੀ ਦੇ ਨਾਮ ਨੂੰ ਜਪਣ ਕਰਕੇ ਹੈ। ਨਾਮੀ ਦੇ ਸਿਫਤ ਸਲਾਹ ਸੁਣ ਕੇ ਹੈ, ਚਾਹੇ ਕੀਰਤਨ ਰੂਪ ਹੋਵੇ ਚਾਹੇ ਕਥਾ ਰੂਪ ਹੋਵੇ, ਉਹਦੇ ਸੁਣਨ ਕਰਕੇ ਮਨ ਦੀ ਪਵਿੱਤਰਤਾ ਬਣਦੀ ਹੈ। ਗਾਇਨ ਕਰਨ ਨਾਲ ਮਨ ਦੀ ਪਵਿੱਤਰਤਾ, ਇਕਾਗਰਤਾ ਬਣਦੀ ਹੈ। ਤੁਸੀਂ ਕਦੇ ਪਾਣੀ ਛੋਟੇ ਜਿਹੇ ਤਲਾਬ ਦੇ ਵਿੱਚ ਦੇਖੋ, ਸਾਫ ਸੁਥਰਾ ਹੋਵੇ, ਪਾਣੀ ਟਿਕਿਆ ਹੋਵੇ, ਜਿਹਦੇ ਵਿੱਚੋਂ ਬੰਦੇ ਦਾ ਚਿਹਰਾ ਦਿਸਦਾ ਸੀ। ਹੋਇਆ ਕਿ ਜਿੰਨਾ ਚਿਰ ਤੇ ਪਾਣੀ ਦਾ ਟਿਕਾਓ ਬੰਦੇ ਨੂੰ ਚਿਹਰਾ ਦਿਖਾ ਦਿੰਦਾ ਸੀ ਮਨੁੱਖ ਦਾ, ਮਨੁੱਖ ਨੂੰ। ਜਿਵੇਂ ਪਾਣੀ ਦੇ ਵਿੱਚ ਹਲਚਲ ਹੋਈ, ਤਰੰਗਾਂ ਉੱਠੀਆਂ, ਉਹ ਜਿਹੜਾ ਮਨੁੱਖ ਦਾ ਸਰੂਪ ਦਿਖਾਈ ਦਿੰਦਾ ਸੀ, ਦਿਖਾਈ ਦੇਣੋਂ ਹਟ ਗਿਆ। ਇਸੇ ਤਰ੍ਹਾਂ ਟਿਕਿਆ ਹੋਇਆ ਮਨ ਹੈ ਜਿਹੜਾ, ਉਹਦੇ ਵਿੱਚੋਂ ਮਨੁੱਖ ਨੂੰ ਆਪਣਾ ਇੱਕ ਵਿਖਾੜੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹਿ ਜਾਣੀ। ਜਿਵੇਂ ਟਿਕੇ ਹੋਏ ਪਾਣੀ ਦੇ ਬੰਦੇ ਦਾ ਪਰਛਾਵਾਂ ਉਹਨੂੰ ਸਾਫ਼ ਦਿਸਦਾ, ਇਸੇ ਤਰ੍ਹਾਂ ਟਿਕੇ ਹੋਏ ਮਨ ਦੇ ਵਿੱਚੋਂ ਜੀਵ ਪੁਣਾ ਮਿਟ ਜਾਂਦਾ ਹੈ ਤੇ ਨਿਰੋਲ ਬ੍ਰਹਮ ਹੀ ਬਾਕੀ ਰਹਿੰਦਾ ਹੈ। ਇੰਨਾ ਹੀ ਫਰਕ ਹੈ। ਸੋ ਮਹਾਰਾਜ ਕਹਿੰਦੇ ਹੋ, ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਮਨ ਨਾਮ ਵਸਾਈ। ਪਕੜ ਤੋਂ ਪਰੇ ਹੋਣ ਕਰਕੇ ਅਗੋਚਰ ਹੈ। ਅਗਮ ਅਗੋਚਰ ਸੁਆਮੀ ਮਿਲ ਸਤਿਗੁਰ ਹਰ ਰਸ ਕੀਚੈ ਜੀ। ਰਸ ਕਰਨਾ ਹੁੰਦਾ ਹੈ
आनंद संयुक्त होना, आनंद मगन होना, मिल करके पूरिया सतगुरां नूं, पूरिया सतगुरां दा उपदेश कमा करके हर रस कीचै जियो। हरि दे नाम मालक दे दर कर दी जिहड़ी वडियाई है वो करके करके जिन्हां ने प्रभु नूं जान लिया, परमात्मा दे दर कर की वरतारा समझ लिया जिसने, वो जिहड़े जन ने सेवक ने, संत जन, रब दे प्यारे भगत जन, उन्हां नूं भी महाराज ने धन आख्या। धन धन हर जन, धन हरि दा जन। उन्हां नूं धन लिखिया किते नहीं मिलेगा बाणी दे विच। धन किनू आख्या? धन धन हर जन, हरि दा जिहड़ा जन है, हरि दा सेवक है जिहड़ा, वो धन। जिहड़े आप मुक्त मुक्त करे संसार, नानक तिस जन को सदा नमस्कार। अज जन्म दिहाड़ा धन धन बाबा नंद सिंह जी महाराज जी, उन्हां दा पावन, जिन्हां ने हर प्रभ जाता धन गुरु ग्रंथ साहब जी महाराज जी नूं हाजरा हजूर जाहरा जहूर प्रतख ते बिल्कुल कि सतगुरां नूं भी सेवा, चाहे पखे दी सेवा, और इथों तक सीस ते चा करके उठा करके सतगुरु जी दा स्वरूप ते सैर कराउणी। इन्नी भावना, इन्नी प्रबल परपक्क भावना जदों किते पढ़ीदा आप गर्मियां दे दिन सीस ते लै करके सैर कराउणी, टहलना, सेवा कीचै, इदां करनी सेवा इस तरीके नाल, पूजा इस तरह करनी, पूजा कीचै नाम ध्याईए, बिन नामै पूज न होई। करनी किवें वो सिखा गए, उन्हां दी चली मर्यादा अज भी आपां तक सकदे हां। इस करके प्यारी साध संगत जी, सतगुरु जी कहंदे धन धन हर जन, जिन हर प्रभ जाता। जिन्हां ने हरि प्रभु नूं जाता कहिए, जानना करना कीता। जाए पुछा जन हर की बाता, ने धन लिखारी भी आख्या। जाए पुछा जन हर की बाता, हरि दी बात तां भाई हरि दा प्यारा ही पा सकदा ना। हुण जेकर कोई जावे बजाज कोल, जिथे कपड़ा विकदा दुकान ते ओनू कवे भी श्रीमान जी सानू जरा हरि दी बात सुनाओ, रब दे दर कर दी बात सुनाओ, ते ओन कहना भाई तू कपड़ा जिहड़ा लैना दस, पंसारी दे कोल जाओ, हरि दी बात नहीं सुना सकदा। ये तां संतन कै सुनीयत प्रभ की बात, ये तां रब दे प्यारियां दे पासों रब दी बात है जिहड़ी वो सुनी जा सकदी। जाए पुछा जन हर की बाता, हरि की बात, हरि की सिफत सलाह मैं जाकर के उन्हां नूं पुछना करा। धन धन हर जन जिन हर प्रभ जाता, जिन्हां ने हरि प्रभु नूं जाता कहिए जानिया है। सतगुरु जी अगे दसदे कहंदे, जदों उन्हां दे पास मैं जावां, जदों हरि दे दर कर दी बात सुननी होवे तां करां की? पाव मलोवा मल मल धोवा, मिल हर जन हर रस पीचै जियो। मैं पाव, पाव नाम दा पाँव, पाँव कहंदे पैर,
ਜਿਹੜੀ ਦੇਵਨਾਗਰੀ ਹੈ ਨਾ ਬੋਲੀ, ਮਿਲੀ ਜੁਲੀ ਹਿੰਦੀ ਦੇ ਵਿੱਚ ਪੈਰ ਨੂੰ ਪਾਉ ਕਹਿੰਦੇ, ਪਾਮ। ਗੁਰਮੁਖੀ ਲਿਪੀ ਦੇ ਵਿੱਚ ਪਾਵ ਸ਼ਬਦ ਵਰਤਿਆ ਗੁਰੂ ਸਾਹਿਬ ਜੀ ਨੇ। ਪਾਵ ਮਲੋਵਾ, ਮਲ ਮਲ ਧੋਵਾ, ਮਲ ਮਲ ਕੇ ਧੋਵਾਂ ਜੀ ਉਹਨਾਂ ਸੰਤ ਜਨਾਂ ਦੇ ਪੈਰ, ਸੰਤ ਜਨਾਂ ਦੇ ਚਰਨ ਪਲੋਸਾਂ, ਜਿਹੜੇ ਪ੍ਰਭੂ ਦੇ ਦਰ ਕਰਦੀ ਬਾਤ ਸੁਣਾਉਂਦੇ ਹੋਣ। ਪਾਵ ਮਲੋਵਾ, ਮਲ ਮਲ ਧੋਵਾ, ਮਲ ਮਲ ਕੇ ਧੋਵਾਂ ਜੀ ਚਰਨ ਉਹਨਾਂ ਦੇ। ਮਿਲ ਹਰ ਜਨ ਹਰ ਰਸ ਪੀਚੈ ਜੀਓ, ਮਿਲ ਕਰਕੇ ਹਰੀ ਦੇ ਜਨਾਂ ਨੂੰ, ਰੱਬ ਦੇ ਪਿਆਰਿਆਂ ਨੂੰ ਮਿਲ ਕਰਕੇ ਨਾਮ ਰਸ ਪੀਵਣਾ ਕਰੀਏ ਜੀ। ਪੀਚੈ ਤੋਂ ਭਾਵ ਪੀਵਣਾ ਕਰੀਏ। ਪਾਵ ਮਲੋਵਾ, ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਇੱਕ ਜਗ੍ਹਾ ਤਾਂ ਇੱਥੋਂ ਤੱਕ ਕਹਿ ਦਿੱਤਾ, ਤੈ ਸਾਹਿਬ ਕੀ ਬਾਤ ਜੇ ਆਖੇ ਕਉ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਹਿਣ ਸਿਰ ਸੇਵ ਕਰੀਜੈ। ਸੀਸ ਵੱਢ ਕੇ ਕਹਿੰਦੇ ਮੂੜਾ ਬਣਾ ਦੇਵਾਂ, ਜਿਹੜਾ ਮੈਨੂੰ ਪ੍ਰੀਤਮ ਦੀ ਬਾਤ ਸੁਣਾਵੇ ਉਹਦੇ ਬੈਠਣ ਵਾਸਤੇ। ਸੀਸ ਵੱਡੇ ਕਰ ਬੈਸਣ ਦੀਜੈ, ਬੈਸਣ ਨਾਮ ਹੁੰਦਾ ਬੈਠਣ ਯੋਗ ਵਸਤੂ। ਮੂੜਾ ਆਦਿਕ, ਚੌਂਕੀ ਆਦਿਕ ਬੈਠਣ ਵਾਸਤੇ ਦਵਾਂ। ਸੀਸ ਵੱਡੇ ਕਰ ਬੈਸਣ ਦੀਜੈ, ਵਹਿਣ ਸਿਰ ਸੇਵ ਕਰੀਜੈ। ਬਿਨਾਂ ਸਿਰ ਤੋਂ ਸੇਵਾ ਕਰਨੀ। ਹੁਣ ਭਾਵੇਂ ਨਾ ਲਵੇ ਕੋਈ ਵੀ ਆਪਣਾ ਸਿਰ ਕਲਮ ਕਰਕੇ ਸੇਵਾ ਕਰਨੀ ਹੈ, ਨਹੀਂ। ਸਿਰ ਦੇ ਵਿੱਚ ਜਿਹੜਾ ਖੋਪਰ ਹੈ ਬੰਦੇ ਦਾ ਦਿਮਾਗ ਹੁੰਦਾ ਅੰਦਰ ਇਹਦੇ, ਤੇ ਸਰੀਰ ਦਾ ਸਭ ਤੋਂ ਉੱਚਾ ਅੰਗ ਸਿਰ ਹੈ। ਸਿਰ ਦੇ ਵਿੱਚ ਬੁੱਧੀ ਹੈ, ਹੰਕਾਰ ਹੈ। ਦਿਮਾਗ ਦੇ ਵਿੱਚ ਜੇਕਰ ਹੰਕਾਰ ਭਰਿਆ ਹੋਇਆ ਤਾਂ ਕਹਿੰਦੇ ਇਹਦੇ ਤੋਂ ਰਹਿਤ ਹੋ ਕਰਕੇ, ਹੰਕਾਰ ਤੋਂ ਰਹਿਤ ਹੋ ਕਰਕੇ ਸੇਵਾ ਕਰਨੀ। ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਤੈ ਸਾਹਿਬ ਕੀ ਬਾਤ ਜੇ ਆਖੈ ਕਉ ਨਾਨਕ ਕਿਆ ਦੀਜੈ। ਕੀ ਦੇਣਾ ਕਰੀਏ ਜੀ ਜਿਹੜਾ ਸਾਹਿਬ ਦੀ ਬਾਤ ਸੁਣਾਵੇ। ਸੀਸ ਵੱਡੇ ਕਰ ਬੈਸਣ ਦੀਜੈ, ਵਹਿਣ ਸਿਰ ਸੇਵ ਕਰੀਜੈ। ਨਿਰਹੰਕਾਰ ਹੋ ਕਰਕੇ ਤੇ ਸੇਵਾ ਕਰਨੀ। ਇਸ ਤਰੀਕੇ ਉਹ ਮਾਲਕ ਪ੍ਰਸੰਨ ਹੁੰਦਾ। ਪਾਵ ਮਲੋਵਾ, ਮਲ ਮਲ ਧੋਵਾ, ਮਿਲ ਹਰ ਜਨ ਹਰ ਰਸ ਪੀਚੈ ਜੀਓ। ਮਿਲ ਕਰਕੇ ਰੱਬ ਦੇ ਪਿਆਰੇ ਸੰਤਾਂ ਜਨਾਂ ਨੂੰ, ਭਗਤ ਜਨਾਂ ਨੂੰ ਨਾਮ ਰਸ ਪੀਵਣਾ ਕਰੀਏ ਜੀ। ਸਤਿਗੁਰ ਦਾਤੈ ਨਾਮ ਦਿੜਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ। ਪੂਰਿਆਂ ਸਤਿਗੁਰਾਂ ਨੇ, ਦਾਤਾਰ ਸਤਿਗੁਰ ਜੀ ਨੇ ਜਦੋਂ ਜਗਿਆਸੂ ਨੂੰ ਹਿਰਦੇ ਦੇ ਅੰਦਰ ਨਾਮ ਦ੍ਰਿੜ ਕਰਵਾ ਦੇਣਾ ਕੀਤਾ, ਤਾਂ ਫਿਰ ਵਡਭਾਗੀ ਜਗਿਆਸੂ ਨੇ ਜੀਵਨ ਜ਼ਿੰਦਗੀ ਦੇ ਵਿੱਚ ਗੁਰੂ ਦੇ ਦਰਸ਼ਨ ਪ੍ਰਾਪਤ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਵੱਡਿਆਂ ਭਾਗਾਂ ਵਾਲੇ ਨੂੰ ਪ੍ਰਾਪਤ ਹੋਣੇ ਸ਼ੁਰੂ ਹੋ ਗਏ। ਜਦੋਂ ਅੰਤਰ ਆਤਮੇ ਨਾਮ ਦੀ ਲਗਨ ਪਰਪੱਕ ਹੋਈ ਤੇ ਵਡਭਾਗੀਆਂ ਨੇ ਇਸ ਤਰੀਕੇ ਨਾਲ ਹਿਰਦੇ ਅੰਦਰੋਂ ਹੀ ਸਾਖਿਆਤ ਸਤਿਗੁਰਾਂ ਦੇ ਦਰਸ਼ਨ ਪਾਉਣੇ ਕੀਤੇ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰ ਪੂਰੈ ਅੰਮ੍ਰਿਤ ਲੀਚੈ ਜੀਓ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਅੰਮ੍ਰਿਤਮਈ ਮਿੱਠਾ ਰਸ, ਮਿਰਤੂ ਤੋਂ ਰਹਿਤ ਕਰਨ ਵਾਲੀ ਵਸਤੂ। ਅੰਮ੍ਰਿਤ ਰਸ ਸਾਚੇ ਅੰਮ੍ਰਿਤ ਬੋਲੀ। ਤੇ ਉਹਨੂੰ ਜਿੱਥੇ ਨਾਮ ਦਾ ਸੱਚਾ ਰਸ ਪ੍ਰਾਪਤ ਹੋਇਆ, ਹੋਰ ਜਿੰਨੇ ਰਸ ਨੇ, ਕੋਈ ਭੋਜਨ ਸਵਾਦੀ ਛਕ ਲਵੇ ਤੇ ਕਹਿੰਦਾ ਅੱਜ ਬੜਾ ਆਨੰਦ ਆਇਆ।
ਆਨੰਦ ਦਾ ਕਿਸੇ ਨੇ ਸਰੂਪ ਵੇਖਿਆ? ਆਨੰਦ ਦਾ ਵੀ ਜਿਹਨੂੰ ਆਨੰਦ ਆਇਆ ਉਹਦਾ ਉਸ ਆਨੰਦ ਦਾ ਰੂਪ ਰੰਗ ਕੀ ਹੈ, ਕਿਹੜੇ ਰੰਗ ਦਾ ਆਨੰਦ? ਪਰ ਇੱਕ ਉਹਨੂੰ ਅਨੁਭਵ ਜ਼ਰੂਰ ਹੋਇਆ ਜਿਹਨੂੰ ਉਹ ਕਹਿ ਰਿਹਾ ਕਿ ਅੱਜ ਭੋਜਨ ਛਕ ਕੇ ਬੜਾ ਆਨੰਦ ਆਇਆ। ਕੋਈ ਸ਼ਬਦਾਂ ਦਾ ਸਮੂਹ, ਚਾਹੇ ਉਹ ਗੁਰਮਤਿ ਸੰਗੀਤ ਹੈ ਉਹ ਸੁਣਦਾ, ਕੋਈ ਕੀਰਤਨ ਸੁਣ ਕੇ ਕਹਿੰਦਾ ਵੀ ਬੜਾ ਆਨੰਦ ਆਇਆ। ਉਸ ਆਨੰਦ ਨੂੰ ਸ਼ਬਦਾਂ ਦੁਆਰਾ ਵਰਣਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਇੱਕੋ ਅੱਖਰ ਅੰਮ੍ਰਿਤ ਰਸ ਵਰਤਿਆ ਮਹਾਰਾਜ ਜੀ ਨੇ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਸੱਚਾ ਨਾਮ ਰਸ ਪ੍ਰਾਪਤ ਹੋਇਆ ਤੇ ਮੁਖੋਂ ਬੋਲੇ ਜਾਣ ਵਾਲੇ ਬੋਲ ਵੀ ਅੰਮ੍ਰਿਤਮਈ ਹੋ ਗਏ, ਮਿੱਠੇ ਪਿਆਰੇ ਹੋ ਗਏ। ਕਿਉਂ? ਵਾਹਿਗੁਰੂ ਜੀ ਪ੍ਰਮਾਤਮਾ ਜੀ ਜੋ ਹਨ, ਸਤਿਗੁਰਾਂ ਨੇ ਉਹਨਾਂ ਬਾਬਤ ਵਚਨ ਕੀਤਾ, ਮਿੱਠ ਬੋਲੜਾ ਜੀ ਹਰ ਸਜਣ ਸੁਆਮੀ ਮੋਰਾ, ਹਾਂ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ, ਹਾਂ ਮੈਂ ਜੀਵ ਇਸਤਰੀ ਸੰਭਲ ਥੱਕੀ, ਸੰਭਲੀ ਬਹੁਤ ਖੋਜ ਕਰ ਥੱਕੀ ਹਾਂ। ਉਹ ਕਦੇ ਕੌੜਾ ਬੋਲਦਾ ਹੀ ਨਹੀਂ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ, ਔਗਣ ਕੋ ਨਾ ਚਿਤਾਰ। ਕੌੜਾ ਬੋਲ ਜਾਣਦਾ ਹੀ ਨਹੀਂ ਪੂਰਨ ਭਗਵਾਨ ਸਰੂਪ ਵਾਹਿਗੁਰੂ। ਫਿਰ ਜੀਵ ਦੇ ਲੱਖ ਔਗਣ ਹੋਣ ਉਹ ਮਾਫ ਕਰ ਦਿੰਦਾ। ਦਇਆਵਾਨ ਹੈ, ਕਿਰਪਾਲੂ ਹੈ, ਦਿਆਲੂ ਹੈ। ਔਗਣ ਕੋ ਨਾ ਚਿਤਾਰ। ਬਸ ਸ਼ਰਨ ਆਉਣ ਦੀ ਦੇਰ ਹੈ, ਗੁਰੂ ਦੇ ਬਖਸ਼ਣ ਵਿੱਚ ਦੇਰ ਨਹੀਂ। ਤਾਂ ਤੇ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਬੋਲੀ ਅੰਮ੍ਰਿਤਮਈ ਬਣ ਗਈ। ਗੁਰ ਪੂਰੈ ਅੰਮ੍ਰਿਤ ਲੀਚੈ ਜੀਓ। ਇਹ ਅੰਮ੍ਰਿਤ ਭਾਈ ਪੂਰਿਆਂ ਗੁਰਾਂ ਤੋਂ ਪ੍ਰਾਪਤ ਹੁੰਦਾ। ਲੀਚੈ ਲੈਣਾ ਕਰੀਏ। ਕਲਗੀਧਰ ਪਿਤਾ ਜੀ ਨੇ ਸਿੱਖ ਦਾ ਜੰਮਣ ਮਰਨ ਦਾ ਬੰਧ ਸੀ ਜਿਹੜਾ ਕੱਟਣ ਵਾਸਤੇ ਖੰਡੇ ਬਾਟੇ ਦੀ ਪਾਹੁਲ ਜਿਹੜੀ ਸੀ ਛਕਾਉਣੀ ਕੀਤੀ ਤੇ ਸਿੱਖ ਨੂੰ ਖਾਲਸਾ ਬਣਾਇਆ, ਸਿੰਘ ਬਣਾਇਆ। ਅੰਮ੍ਰਿਤ ਦੀ ਦਾਤ ਦੇ ਕਰਕੇ ਅੰਮ੍ਰਿਤ ਅਮਰ ਕਰ ਦਿੱਤਾ। ਖਾਲਸਾ ਪਰਮਾਤਮਾ ਦੀ ਮੌਜ ਵਿੱਚੋਂ ਉਪਜਿਆ ਤੇ ਖਾਲਸਾ ਪੰਜ ਕਕਾਰੀ ਰੀਤ ਰਹਿਤ ਮਰਿਆਦਾ ਦਾ ਧਾਰਨੀ ਤੇ ਗੁਰੂ ਸਾਹਿਬਾਂ ਦੀ ਬਾਣੀ ਦਾ ਆਸ਼ਿਕ। ਸੋ ਜਿਹੜਾ ਗੁਰੂ ਸਾਹਿਬਾਂ ਦੇ ਦੱਸੇ ਹੋਏ ਮੁਤਾਬਕ ਅੰਮ੍ਰਿਤਪਾਨ ਕਰਕੇ ਗੁਰੂ ਦੇ ਲੜ ਲੱਗ ਕੇ ਗੁਰਬਾਣੀ ਨਾਲ ਪ੍ਰੀਤ ਪ੍ਰੇਮ ਬਣਾਉਂਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੂੰ ਫਿਰ ਹਰ ਵਸਤੂ ਦੇ ਕਰਕੇ ਸੰਸਾਰੀ ਪਦਾਰਥ ਵੀ ਨਾਮ ਪਦਾਰਥ ਵੀ ਦੇ ਕਰਕੇ ਲੋਕ ਵੀ ਤੇ ਪਰਲੋਕ ਵੀ ਸੰਵਾਰ ਦਿੰਦੇ ਹਨ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੇ, ਗੁਰ ਪੂਰਾ ਅੰਮ੍ਰਿਤ ਲੀਚੈ ਜੀਓ। ਹਰ ਸਤ ਸੰਗਤ ਸਤ ਪੁਰਖ ਮਿਲਾਈ ਹੈ। ਇਹ ਪਿਆਰੇ ਗੁਰਸਿੱਖੋ, ਹਰੀ ਦੀ ਜਿਹੜੀ ਪਿਆਰੀ ਸੰਗਤ ਹੈ, ਸਤ ਸੰਗਤ ਹੈ, ਜਿੱਥੇ ਸਤਪੁਰਖ ਬੈਠ ਕਰਕੇ ਗੁਰੂ ਕੀ ਬਾਤ ਅੰਮ੍ਰਿਤਮय ਬਾਤ ਕਰਦੇ ਹੋਣ। ਸਾਹਿਬ ਜੀ ਕਹਿੰਦੇ ਨੇ ਹਰ ਸਤ ਸੰਗਤ ਸਤਪੁਰਖ ਮਿਲਾਈਏ। ਸਤ ਸੰਗਤ ਦੇ ਵਿੱਚੋਂ ਸਤਪੁਰਖਾਂ ਦਾ ਮਿਲਾਪ ਹੈ। ਮਿਲ ਸਤ ਸੰਗਤ ਹਰ ਨਾਮ ਧਿਆਈਐ। ਤਾਂ ਤੇ ਮਿਲ ਕਰਕੇ ਸਤ ਸੰਗਤ ਵਿੱਚ ਬੈਠ ਕੇ ਹਰੀ ਦਾ ਪਾਵਨ ਨਾਮ ਧਿਆਉਣਾ ਕਰੀਏ ਜੀ। ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪਰੀਚੈ ਜੀਓ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਰ ਰਹੇ ਨੇ ਭਾਈ ਕਿ ਹਰੀ ਦੀ ਕਥਾ ਸੁਣੀ ਸਤ ਸੰਗਤ ਵਿੱਚ ਬੈਠ ਕੇ, ਜਿਹੜੀ ਗੁਰਦੇਵ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬੋਲੀ ਸੀ। ਜਿਹੜੀ ਕਥਾ ਕਦੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਸਰਵਣ ਕਰਾਇਆ ਕਰਦੇ ਸਨ,
ਜਿਹੜੀ ਕਥਾ ਭਾਈ ਗੁਰਦਾਸ ਜੀ ਸੁਣਾਇਆ ਕਰਦੇ ਸਨ, ਜਿਹੜੀ ਮੁੱਖ ਬੋਲੀ ਗੁਰੂ ਸਾਹਿਬਾਂ ਦੇ ਆਪਣੇ ਮੁਖਾਰਬਿੰਦ ਤੋਂ ਬੋਲੀ ਕਹੀਏ ਆਖੀ ਹੋਈ ਹੈ, ਬਖਿਆਨ ਕੀਤੀ ਹੋਈ ਹੈ। ਜਿਹੜੀ ਕਥਾ ਨੂੰ ਕਲਗੀਧਰ ਪਿਤਾ ਜੀ ਆਪ ਸਿੱਖਾਂ ਨੂੰ ਸੁਣਾਉਂਦੇ ਸਨ, ਜਿੰਨੀ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਅੰਮ੍ਰਿਤ ਵੇਲੇ ਲਿਖਵਾਉਣੀ, ਭਾਈ ਮਨੀ ਸਿੰਘ ਜੀ ਸ਼ਹੀਦ ਸਿੰਘ ਸਾਹਿਬ ਉਹਨਾਂ ਨੇ ਗੁਰਬਾਣੀ ਲਿਖਣੀ, ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ ਦਮਦਮੀ ਟਕਸਾਲ ਦੇ ਪਹਿਲੇ ਮੁਖੀ, ਉਹਨਾਂ ਨੇ ਜਿਹੜਾ ਸਹਿ ਲਿਖਾਰੀ ਦਾ ਪਹਿਰਾ ਨਿਭਾਉਣਾ, ਕਲਮਾਂ ਕੱਢ ਕੇ ਦੇਣੀਆਂ, ਦਵਾਤ ਸਿਆਹੀ ਵਾਲੀ ਤਿਆਰ ਕਰਨੀ, ਸੋ ਇਹ ਉਹਨਾਂ ਦੇ ਜ਼ਿੰਮੇ ਸੀ। ਪੱਤਰੇ ਸੁਧਾਰ ਕੇ ਦੇਣੇ, ਇਕਸਾਰ ਕਾਗਜ਼ ਜਿਹੜਾ ਤਿਆਰ ਕਰਕੇ ਦੇਣਾ, ਇਹ ਬਾਬਾ ਦੀਪ ਸਿੰਘ ਜੀ ਮਹਾਰਾਜ ਉਹ ਵੀ ਹਾਜ਼ਰ ਰਹਿੰਦੇ ਸਨ ਲਿਖਣ ਦੇ ਮੌਕਿਆਂ ਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਜਿੰਨੀ ਬਾਣੀ ਲਿਖਾਉਂਦੇ ਤੇ ਉਹ ਸਾਰੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਮਹਾਰਾਜ ਨੇ ਲਿਖਾਉਣੀ ਕਰਨੀ ਕੀਤੀ। ਵਿਚਾਲੇ ਜਿਹੜੀ ਪਹਿਲੇ ਕਰਤਾਰਪੁਰ ਵਾਲੀ ਬੀੜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਹੀਂ ਸੀ ਦਰਜ ਹੋਈ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਫਿਰ ਜੋ ਪਿਤਾ ਗੁਰਦੇਵ ਦੇ ਅੰਮ੍ਰਿਤਮੈ ਬੋਲ ਨਾਵੇਂ ਮਹੱਲੇ ਦੀ ਬਾਣੀ ਹੈ, ਉਹ ਸਾਰੀ ਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖਰੇ ਵੱਖਰੇ ਰਾਗਾਂ ਵਿੱਚ ਥਾਂ ਸਿਰ ਜਿਹੜੇ ਪੱਤਰੇ ਖਾਲੀ ਛੱਡੇ ਗਏ ਸਨ ਕਿਸੇ ਸਮੇਂ ਭਾਈ ਗੁਰਦਾਸ ਜੀ ਵੱਲੋਂ ਗੁਰੂ ਸਾਹਿਬ ਦੇ ਕਹਿਣ ਤੇ, ਉੱਥੇ ਉਹਨਾਂ ਪਾਵਨ ਅੰਗਾਂ ਤੇ 9ਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਨੀ ਕੀਤੀ ਗਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ। ਤੇ ਜਿੰਨੀ ਸਵੇਰ ਦੇ ਵਕਤ ਆਪ ਜੀ ਲਿਖਵਾਉਂਦੇ ਸਨ ਬਾਣੀ, ਤੀਜੇ ਪਹਿਰ ਉਸ ਬਾਣੀ ਦੀ ਕਥਾ ਅੰਮ੍ਰਿਤ ਵੇਲੇ ਲਿਖਾਈ ਗਈ ਗੁਰਬਾਣੀ ਦੀ ਕਥਾ ਆਪ ਕਲਗੀਧਰ ਪਿਤਾ ਜੀ ਮੁਖੋਂ ਆਪਣੇ ਪਾਵਨ ਮੁਖਾਰਬਿੰਦ ਤੋਂ ਕਰਿਆ ਕਰਦੇ ਸਨ। ਮੁਖ ਬੋਲੀ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਕਥਾ, ਨਾਨਕ ਹਰ ਕਥਾ ਸੁਣੀ ਮੁਖ ਬੋਲੀ। ਗੁਰਦੇਵ ਦੇ ਮੁਖਾਰਬਿੰਦ ਤੋਂ ਬੋਲੀ ਹੋਈ ਅੰਮ੍ਰਿਤਮਈ ਕਥਾ ਗੁਰਮੁਖਾਂ ਨੇ ਸੁਣਨੀ ਕੀਤੀ। ਹਰੀ ਦੇ ਨਾਮ ਦੀ ਸਿਫਤ ਸਲਾਹ ਕਥਾ ਦੇ ਰੂਪ ਵਿੱਚ ਗੁਰਮੁਖਾਂ ਨੇ ਸਰਵਣ ਕਰਨੀ ਕੀਤੀ। ਗੁਰਮਤਿ ਹਰ ਨਾਮ ਪਰਿਚੈ ਜੀਓ। ਤੇ ਗੁਰੂ ਸਾਹਿਬ ਦੀ ਕਥਾ ਦੇ ਵਿੱਚੋਂ ਗੁਰਮਤਿ ਪ੍ਰਾਪਤ ਹੋਈ। ਕਥਾ ਸੁਣ ਕਰਕੇ ਕਥਾ ਸੁਣਤ ਮਲ ਸਗਲੀ ਖੋਵੈ। ਸੁਣ ਕਰਕੇ ਹਰੀ ਦੇ ਨਾਮ ਦੀ ਕਥਾ ਮਲ ਕਹੀਏ ਮੈਲ, ਸਗਲੀ ਕਹੀਏ ਸਾਰੀ ਹੀ, ਖੋਵੈ ਕਹੀਏ ਖੋ ਜਾਂਦੀ ਹੈ। ਕਥਾ ਸੁਣਤ ਮਲ ਸਗਲੀ ਖੋਵੈ। ਸੁਣ ਕੇ ਹਰੀ ਦੇ ਨਾਮ ਦੀ ਕਥਾ, ਗੁਰਬਾਣੀ ਦੀ ਕਥਾ, ਗੁਰ ਇਤਿਹਾਸ ਦੀ ਕਥਾ ਸੁਣ ਕਰਕੇ ਜਗਿਆਸੂ ਦੇ ਅੰਦਰੋਂ ਹਉਮੈ ਹੰਕਾਰ ਰੂਪੀ ਮੈਲ ਦੀ ਨਿਵਰਤੀ ਹੋ ਜਾਂਦੀ ਹੈ। ਇਸ ਕਰਕੇ ਨਾਨਕ ਹਰ ਕਥਾ ਸੁਣੀ ਮੁਖ ਬੋਲੀ। ਗੁਰਮਤਿ ਹਰ ਨਾਮ ਪਰਿਚੈ ਜੀਓ। ਗੁਰਮਤਿ ਤੇ ਚੱਲ ਕਰਕੇ ਹਰੀ ਦੇ ਨਾਮ ਦਾ ਪਰਿਚੈ ਕਹੀਏ ਪਛਾਣ ਪ੍ਰਾਪਤ ਹੁੰਦੀ। ਪਰਿਚੈ ਹੋ ਜਾਣਾ ਕਿਸੇ ਦੇ ਨਾਲ, ਪਰਿਚੈ ਕਹਿੰਦੇ ਜਾਣ ਪਛਾਣ। ਪਰਿਚੈ ਤੋਂ ਭਾਵ ਪਰਚ ਜਾਣਾ ਵੀ ਹੈ ਕਿ ਹਰੀ ਦੇ ਨਾਮ ਦੀ ਕਥਾ ਸੁਣ ਕੇ ਮਨ ਪਰਚਦਾ ਹੈ। ਉਹ ਪਰਚਾਓ ਸਦੀਵ ਕਾਲੀ ਹੈ। ਜਿੱਥੇ ਸਤਿਗੁਰਾਂ ਨੇ ਬਚਨ ਕਿਹਾ ਨਾ, ਪੂਜਾ ਅਕਾਲ ਕੀ ਦੀਦਾਰ ਖਾਲਸੇ ਦਾ ਪਰਚਾ ਸ਼ਬਦ ਕਾ। ਪਰਚਾ ਤੋਂ ਭਾਵ ਪਰਚਾ, ਸ਼ਬਦ ਦੇ ਨਾਲ ਮਨ ਨੂੰ ਪਰਚਾਉਣਾ ਹੈ। ਸੋ ਪਰਚਾ ਸ਼ਬਦ ਕਾ ਰੱਖਣਾ ਹੈ। ਪਰਿਚੈ ਪਰਚਾ ਹੋ ਜਾਣਾ। ਹਰੀ ਦਾ ਨਾਮ ਸੁਣ ਕੇ ਮਨ ਪਰਚ ਜਾਂਦਾ ਹੈ।
ਮਾਝ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆ। ਅਗਲੇ ਪਾਵਨ ਸ਼ਬਦ ਅੰਦਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਹੇ ਭੈਣੇ, ਹੇ ਸਤ ਸੰਗੀ ਗੁਰਮੁਖ ਜਨੋ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ। ਤੁਸੀਂ ਪਿਆਰੇ ਸਤ ਸੰਗੀ ਜਨੋ ਆਓ ਮਿਲੋ। ਕਿੱਡਾ ਸੁੰਦਰ ਬਚਨ ਹੈ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੀਰੀ, ਬਾਣੀਆਂ ਸਿਰ ਬਾਣੀ। ਅੰਮ੍ਰਿਤਮय ਬਾਣੀ ਆਵੋ, ਰਲ ਮਿਲ ਕੇ ਗਾਇਨ ਕਰਨਾ ਕਰੀਏ, ਕਥਨ ਕਰਨਾ ਕਰੀਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਪਿਆਰਾ ਆਖਿਆ ਸਤ ਸੰਗੀ ਨੂੰ। ਤੋ ਇੱਥੇ ਸ਼ਬਦ ਵਰਤਿਆ ਸਤ ਸੰਗੀਆਂ ਲਈ। ਭੈਣੇ, ਹੇ ਗੁਰਮੁਖ ਸਖੀਓ ਭੈਣੋ, ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ। ਮਿਲ ਕੇ ਕਰੈ ਕਹਾਣੀਆਂ ਸਮਰੱਥ ਕੰਤ ਕੀ ਆਹ। ਸਾਚੇ ਸਾਹਿਬ ਸਭ ਗੁਣ, ਔਗੁਣ ਸਭ ਅਸਾਹ। ਹੇ ਸਤ ਸੰਗੀ ਭੈਣੋ, ਗੁਰਮੁਖ ਸਖੀਓ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੈ ਲਾਈਆਂ। ਗੁਰਮੁਖਾਂ ਨੂੰ ਸਖੀਆਂ ਆਖਿਆ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆ। ਤੁਸੀਂ ਸਤ ਸੰਗਿਓ ਆਓ ਨਿਤਾ ਪ੍ਰਤ। ਆਓ ਜੀ ਤੂੰ ਆਓ ਹਮਾਰੇ ਹਰ ਜਸ ਸ਼ਰਵਣ ਸੁਣਾਵਣ। ਤੁਧ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਣਾ। ਇੱਥੇ ਵੀ ਭੈਣ ਸ਼ਬਦ ਆਖ ਕੇ ਸੰਬੋਧਨ ਕੀਤਾ ਸਤ ਸੰਗੀ ਗੁਰਮੁਖਾਂ ਨੂੰ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ। ਜੋ ਮੇਰਾ ਪ੍ਰੀਤਮ ਦੱਸੇ, ਜੋ ਮੇਰਾ ਪਿਆਰਾ ਪ੍ਰੀਤਮ ਰੱਬੀ ਬਾਣੀ ਦੇ ਦੁਆਰਾ ਉਪਦੇਸ਼ ਦੱਸਦਾ ਹੈ, ਅਥਵਾ ਜੋ ਮੇਰਾ ਪ੍ਰੀਤਮ ਦੱਸੇ, ਜਿਹੜਾ ਮੈਨੂੰ ਮੇਰੇ ਪ੍ਰੀਤਮ ਦੀ ਦੱਸ ਪਾਵੇ, ਮਿਲਣ ਦੀ ਜੁਗਤ ਦੱਸ ਦਵੇ, ਤਿਸ ਕੈ ਹਉ ਵਾਰੀਆ। ਉਹਦੇ ਤੋਂ ਮੈਂ ਬਲਿਹਾਰ ਬਲਿਹਾਰ ਜਾਵਾਂ। ਮਿਲ ਸਤ ਸੰਗਤ ਲੱਦਾ ਹਰ ਸੱਜਣ। ਹਉ ਸਤਿਗੁਰ ਵਿਟਹੁ ਘੁਮਾਈਆ ਜੀਓ। ਮਿਲ ਕਰਕੇ ਮਿਲ ਸਤ ਸੰਗਤ। ਫਿਰ ਸਤ ਸੰਗਤ ਦਾ ਦਰਜਾ ਇੱਥੇ ਦੱਸ ਰਹੇ ਨੇ ਵੱਡਾ ਹੈ। ਹਰੀ ਰੂਪੀ ਸੱਜਣ ਕਿਵੇਂ ਲੱਦਾ। ਲੱਦਾ ਕਹਿੰਦੇ ਆ ਲੱਭਣਾ। ਇਧਰ ਦੁਆਬੇ ਚ ਜਾਈਏ ਨਾ ਤੇ ਉਧਰ ਸ਼ਬਦ ਲੱਦਾ ਵੀ ਵਰਤਦੇ। ਤੈਂ ਕਿੱਥੇ ਤੇ ਲੱਦਾ ਜਾਂ ਲੱਜਾ। ਲੱਜਾ ਵੀ ਕਹਿੰਦੇ ਨੇ। ਇਹ ਚੀਜ਼ ਕਿੱਥੇ ਤੇ ਲੱਜੀ। ਲੱਜਾ ਜਾਂ ਲੱਭਾ ਜਾਂ ਲੱਦਾ ਅਰਥ ਇੱਕੋ ਹੀ ਹੈ। ਸਤਿਗੁਰਾਂ ਨੇ ਇੱਥੇ ਸ਼ਬਦ ਵਰਤਿਆ ਕਿ ਮਿਲ ਸਤ ਸੰਗਤ ਲੱਦਾ ਹਰ ਸੱਜਣ। ਲੱਦਾ ਤੋਂ ਭਾਵ ਢੂੰਡ ਲੈਣਾ ਕੀਤਾ, ਲੱਭ ਲੈਣਾ ਕੀਤਾ। ਉਹ ਰੱਬ ਕਿਤੇ ਗੁਆਚਿਆ ਥੋੜਾ। ਲੱਭਣੀ ਦਾ ਉਹ ਚੀਜ਼ ਹੁੰਦੀ ਜਿਹੜੀ ਗੁਆਚੀ ਹੋਈ ਹੋਵੇ। ਰੱਬ ਨਹੀਂ ਗੁਆਚਿਆ, ਅਸਲੋਂ ਬੰਦਾ ਗੁਆਚਿਆ ਹੋਇਆ। ਮਨੁੱਖ ਹੀ ਆਪਣੀ ਬਣਾਈ ਦੁਨੀਆ ਦੇ ਵਿੱਚ ਗੁਆਚਿਆ ਹੋਇਆ। ਓਨੇ ਕੁ ਦਾਇਰੇ ਦੇ ਵਿੱਚ ਹੀ ਭੌਂਦਾ ਫਿਰਦਾ। ਹਿਰਦੇ ਨੂੰ ਥੋੜਾ ਵਿਸ਼ਾਲ ਕਰਨ ਦੀ ਲੋੜ ਹੁੰਦੀ ਹੈ। ਰੱਬ ਸੂਖਮ ਤੋਂ ਸੂਖਮ ਵੀ ਹੈ ਤੇ ਰੱਬ ਵੱਡੇ ਤੋਂ ਵੱਡਾ ਵੀ ਹੈ। ਆ ਸਾਰਾ ਪਸਾਰਾ ਜਿੰਨਾ ਸੰਸਾਰ ਦਾ ਰੱਬ ਰੂਪ ਹੀ ਹੈ। ਇਹੋ ਵੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹੋ ਵਿਸ ਸੰਸਾਰ, ਇਹ ਵਿਉ ਦਾ ਭਰਿਆ ਸੰਸਾਰ ਜਿੱਥੇ ਇੱਕ ਬੰਨੇ ਜਿਹਨੂੰ ਤੁਸੀਂ ਦੇਖ ਰਹੇ ਹੋ ਹੈ ਵਿਉ ਦਾ ਭਰਿਆ, ਪਰ ਇਹ ਪ੍ਰਮਾਤਮਾ ਦਾ ਪਸਾਰਾ ਹੈ। ਵਿਖੇ ਅੰਮ੍ਰਿਤ ਬਸੈ ਇੱਕ ਸੰਗਾ, ਜ਼ਹਿਰ ਵੀ ਤੇ ਅੰਮ੍ਰਿਤ ਵੀ ਨਾਲ ਨਾਲ ਹੀ, ਦੋਨੋਂ ਨਾਲ ਨਾਲ ਹੀ ਵਸਦੇ ਨੇ। ਇਹੋ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ।
ਜਿਹਦੀ ਕੋਠੀ ਹੋਵੇਗੀ ਨਿਵਾਸ ਵੀ ਉਸੇ ਦਾ ਹੋਵੇਗਾ। ਜਿਹਦਾ ਨੇਮ ਪਲੇਟ ਜਿਹਦੀ ਘਰ ਦੇ ਗੇਟ ਦੇ ਬਾਹਰ ਲੱਗੀ ਹੋਈ ਹੈ, ਘਰ ਦੇ ਅੰਦਰ ਉਹੀ ਰਹਿੰਦਾ ਹੈ। ਇਹ ਸੰਸਾਰ ਦੇ ਉੱਤੇ ਨੇਮ ਪਲੇਟ ਲੱਗੀ, ਇਹੋ ਜਗ ਸੱਚੇ ਕੀ ਹੈ ਕੋਠੜੀ। ਸੱਚੇ ਤੋਂ ਭਾਵ ਵਾਹਿਗੁਰੂ ਪ੍ਰਮਾਤਮਾ। ਇਹ ਪ੍ਰਮਾਤਮਾ ਦਾ ਦਰ ਘਰ ਹੈ, ਇਹ ਸੱਚੇ ਦੀ ਕੋਠੀ ਹੈ ਤੇ ਸੱਚੇ ਕਾ ਵਿੱਚ ਵਾਸ। ਕੋਠੀ ਦੇ ਅੰਦਰ ਨਿਵਾਸ ਵੀ ਉਹਦਾ ਹੀ ਹੈ, ਸੰਸਾਰ ਰੂਪੀ ਕੋਠੀ ਦੇ ਅੰਦਰ। ਤੋ ਮਿਲ ਸਤ ਸੰਗਤ ਲੱਦਾ ਹਰ ਸੱਜਣ। ਹਰੀ ਸੱਜਣ, ਹਰੀ ਵਰਗਾ ਸੱਜਣ ਕਿਤੇ ਮਿਲ ਜਾਵੇ ਕਿਸੇ ਨੂੰ, ਬਾਕੀ ਸੱਜਣਾਂ ਦੀ ਲੋੜ ਨਹੀਂ। ਜਿਹਨੂੰ ਰੱਬ ਦੇ ਰੂਪ ਵਿੱਚ ਸੱਜਣ ਮਿਲ ਗਿਆ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤ ਤਿਨ ਕੇ ਕਾਜ ਸਵਾਰਤਾ। ਲੱਦਾ ਹਰ ਸੱਜਣ ਨਾਨਕ ਕਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ। ਉਹਦੇ ਜਿਉਂਦੇ ਜੀ ਵਿਛੜ ਜਾਂਦੇ ਨੇ, ਜਿਉਂਦੇ ਜੀ ਛੱਡ ਜਾਂਦੇ ਨੇ, ਪਰ ਉਹ ਪਿਆਰਾ ਸੱਜਣ ਉਹ ਮੋਇਆ ਨਾ ਜਾਈ ਛੋੜ। ਉਹ ਮਰ ਕੇ ਵੀ ਨਹੀਂ ਸਾਥ ਛੱਡਦਾ, ਮਰਨ ਉਪਰੰਤ ਵੀ ਸਾਥ ਨਿਭਾਉਂਦਾ। ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਤਾਂ ਤੇ ਸੰਗਤ ਦੇ ਵਿੱਚੋਂ ਮਿਲ ਕਰਕੇ ਸੰਗਤ ਨੂੰ ਲੱਦਾ ਹਰ ਸੱਜਣ ਹੋ ਸਤਿਗੁਰ ਵਿਟੋਂ ਘੁਮਾਈਆ ਜੀ। ਤੇ ਸਤ ਸੰਗਤ ਉਹਨੂੰ ਕਹਿੰਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਹੋਣ ਤੇ ਉੱਥੇ ਗੁਰੂ ਦੀ ਗੱਲ ਹੋਵੇ। ਮਿਲ ਸਤ ਸੰਗਤ ਬੋਲੀ ਹਰ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਬਾਣੀ। ਸੋ ਇਸ ਪ੍ਰਕਾਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਪਰਮਾਤਮਾ ਜਿਹੜਾ ਸਤਿਗੁਰ ਦੇ ਦੁਆਰਾ ਸਤ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ। ਤੇ ਮੈਂ ਸਤਿਗੁਰ ਵਿਟੋਂ ਘੁਮਾਈਆ ਜੀਓ। ਵਿਟੋਂ ਕਹੀਏ ਉੱਪਰੋਂ, ਘੁਮਾਈਆ ਕੁਰਬਾਨ ਘੋਲ ਘੁਮਾਈ ਲਾਲਨਾ ਗੁਰਮਨ ਦੀਨਾ। ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ, ਮੇਰਾ ਮਨ ਭੀਨਾ ਜਿਉ ਜਲ ਨੀਨਾ। ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ। ਇਸ ਪ੍ਰਕਾਰ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ। ਜੈ ਜੈ ਦੇਖਾ ਤੈ ਤੈ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ। ਮੈਂ ਜਿੱਧਰ ਜਿੱਧਰ ਦੇਖਦਾ ਹਾਂ ਉਸੇ ਉਸੇ ਪਾਸੇ ਸੁਆਮੀ ਪ੍ਰਮਾਤਮਾ ਹੀ ਨਜ਼ਰ ਆਉਂਦਾ। ਅਵਸਥਾ ਬਣ ਗਈ ਤੂੰ ਘਟ ਘਟ ਰਵਿਆ ਅੰਤਰ ਜਾਮੀ। ਉਤਮ ਜਗਿਆਸੂ ਦੇ ਹਿਰਦੇ ਚੋਂ ਇਹ ਗੱਲ ਨਿਕਲਦੀ, ਵਾਹਿਗੁਰੂ ਜੀ ਤੁਸੀਂ ਸਭਨਾ ਘਟਾਂ ਦੇ ਵਿੱਚ ਰਵੇ ਹੋਏ ਹੋ, ਰਮੇ ਹੋਏ ਹੋ, ਅੰਤਰਜਾਮੀ ਹੋ। ਗੁਰਪੂਰੈ ਹਰ ਨਾਲ ਦਿਖਾਲਿਆ, ਹਉ ਸਤਿਗੁਰ ਵਿਟੋਂ ਸਦਵਾਰਿਆ ਜੀਓ। ਇਹ ਪੰਕਤੀ ਫੇਰ ਸਤਿਗੁਰਾਂ ਤੋਂ ਕੁਰਬਾਨ ਜਾਣ ਵਾਲੀ, ਭਾਵ ਪ੍ਰਗਟ ਕਰਨ ਵਾਲੀ ਇਹ ਪੰਕਤੀ। ਗੁਰਪੂਰੈ ਹਰ ਨਾਲ ਦਿਖਾਲਿਆ, ਪੂਰੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ। ਨਾਮ ਉਪਦੇਸ਼ ਦੀ ਕਮਾਈ ਕਰਨ ਦੀ ਜੁਗਤ ਦੱਸੀ ਤੇ ਨਾਮ ਦੀ ਕਮਾਈ ਜਦੋਂ ਕੀਤੀ ਉਹ ਪਰਮਾਤਮਾ ਨਾਲ ਨਾਲ ਨਜ਼ਰੀ ਆਇਆ। ਜੈ ਜੈ ਪੇਖੋਂ ਤੈ ਹਜੂਰ ਦੂਰ ਕਤਹੁ ਨ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਸੋ ਇਸ ਪ੍ਰਕਾਰ ਗੁਰਪੂਰੈ ਹਰ ਨਾਲ ਦਿਖਾਲਿਆ। ਪੂਰਾ ਗੁਰੂ ਤੇ ਐਨ ਨਾਲ ਖਲੋਤੇ ਹਰੀ ਨੂੰ ਦਿਖਾ ਦਿੰਦਾ ਹੈ ਪ੍ਰਤੱਖ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਪੂਰਾ ਸਤਿਗੁਰੂ ਕੀ ਨਹੀਂ ਕਰ ਸਕਦਾ, ਸਭ ਕੁਝ ਕਰਨ ਕਾਰਨ ਦੇ ਸਮਰੱਥ ਹਨ ਪੂਰਨ ਸਤਿਗੁਰੂ ਜੀ। ਰੱਬ ਨੂੰ ਬੰਦੇ ਦੇ ਨਾਲ ਖਲੋਤਾ ਦਿਖਾ ਦਿੰਦੇ ਨੇ। ਗੁਰਪੂਰੈ ਹਰ ਨਾਲ ਦਿਖਾਲਿਆ, ਹਰੀ ਨੂੰ ਅੰਗ ਸੰਗ ਜਣਾ ਦਿੱਤਾ ਕਿ ਭਲਿਆ ਹੇ ਗੁਰਮੁਖਾ ਔ ਵੇਖ ਪ੍ਰਮਾਤਮਾ ਤੇ ਤੇਰੇ ਨਾਲ ਖਲੋਤਾ ਹੈ, ਤੇਰੇ ਸੱਜੇ ਖੱਬੇ ਦਾएं ਬਾएं ਅੱਗੇ ਪਿੱਛੇ ਰੱਬ ਹੀ ਰੱਬ ਆ।
परमात्मा तेरे नाल खलोता, मन क्यों बैराग करेगा। सतगुर मेरा पूरा, मनसा का दाता सब सुख निधान, अमृत सर सद ही भरपूरा। पूरे गुरां ने यह गल जनाई जी, रब नूं बंदे दे नाल खलोता दिखा दिता। हौ सतगुर विटों सद वारिया जीओ, ऐसे सतगुरु तो मैं सदा सदा कुर्बान जांदा। एको पवन माटी सब एका, सब एका जोत सबाइया। एको पवन है, एको मिट्टी है, सब एका, सारे जियां जनतां दे विच एको परमात्मा। पवन हवा, जिहड़ी हवा अज इथों गुजर रही है, अगले दिन पता नहीं किसी होर मुल्क च प्रवेश कर जाती, उदों अगले दिन किसी होर मुल्क च। हवा उही है, इको ही है, सारी हवा इको ही है। ये वखरी गल है कि बंदे ने उस हवा नूं हवा नहीं रहन दिता, साह लैण जोगी भी नहीं रहन दिती। हवा इन्ना पल्यूट कर दिता, इन्ना पोल्यूशन कर दिता भी साह लैना औखा हो जाता। जिहड़े बहुत एडवांस्ड मुल्क ने उन्होंने हवा की शुद्धता बनाई रखने लई मापदंड रखे हुए ने। कोई गड्डी लोड़ों वध पल्यूटड धुआं जिहड़ा वो नहीं मार सकती। कारखानियां दीयां चिमनियां जिहड़ियां ने उन्हां लई भी मापदंड आ, जे वो लोड़ों वध कार्बन डाइऑक्साइड जां होर ਜ਼ਰੀਲੀਆਂ गैसां ਛੱਡਦੀਆਂ ने तो उन्होंने भी बैन कर दिता जाता है। पर यह गल सारे मुल्कों के हिस्से थोड़ा होंदी है भी इन्ना कानून का पालन करे कोई। जदों पिछे समा बड़ा भयानक चल रहा सी लॉकडाउन दे विच, ते गड्डियां दी मोटरां दी कारां दी आवाजाही घट गई, लोकी कहन लग पे भी ओ हिमालय पर्वत नज़र आउण लग पे, पहाड़ नज़र आउण लग पे ने, बर्फ पई नज़र आउण लग पई। वो की सी, हवा दे विच गर्द गुबार ही इन्नी सी भी ओह जिद्दां ही वो घटी ते आला दुआला साफ हो गया। सो हवा पानी एका, पवन माटी सब एका, मिट्टी सारे थाई एक ही है। ये वखरी गल है, किते उपजाऊ है किते गैर उपजाऊ है, किधरे सिलटी है किधरे रेता है, पर मिट्टी मिट्टी है। एका पवन माटी सब एका, सब एका जोत सबाइया। इसे तरह वखरे वखरे जियां जनतां दे विच की नर की नारियां की पशु पंछी छोटे छोटे जीव जंत सबना दे अंदर इको जोत पसरी हुई है। सब एका जोत सबाइया, सब एका जोत वरतै भिन्न भिन्न, ना रली किसे दी रलाइया। सबना अंदर इको जोत वरत रही है भाई, उस करता पुरख वर्त परमात्मा दी। भिन्न भिन्न वखरे वखरे कुल जियां जनतां दे अंदर जोत इको वरत रही है, ना रलई किसे दी रलाई है। ओदे अंदर कोई होर खोट कोई होर मिलावट नहीं रल सकती। वो जोत एक है, चींटी ते कुंचर अस्थूला, सब पर कृपा दृष्ट कर फूला। इस प्रकार है कलगीधर पिता जी दे बचन बई कीड़ी तो लै करके वड आकारी जीव हाथी तक जोत अंदर सबना दे एक है, ना रले किसे दी रलाई है। ਉਹਦੇ ਵਿੱਚ ना कुछ बाहरों रलाया जा सकता है ते ना उस जोत नूं किसे होर चीज विच पाया जा सकता। गुर प्रसादी एक नदरी आया हों, सतगुर विटों वताया जियो। गुरु दी कृपा सदका सबना जियां दे अंदर गुरमुखां नूं एक नदरी आया। ऐसे सतगुरां तो हों सतगुर विटों वताया जियो। वताया उपर दी वार ने बलिहार ने जाना,
वारने बलहारन लख वरिया नामो हो, नाम साहिब को प्राण अधरिया। ओस सर्व कला समरथ सतगुर तो बलिहारे जाइए जी। जन नानक बोला अमृत बाणी। धन गुरु रामदास जी कहते मैं नानक दा दास बोला बोलदा हाँ। अमृत बाणी ये सच्ची बाणी, अमृतमय बाणी। जिवें ओ करता पुरख बुलाउंदा है ओदे मुताबक ही बोलदा हाँ। जन नानक बोले अमृत बाणी। अथवा जेड़ा जन सेवक बोले कि ये मुखों उचारण करे अमृतमय बाणी नो, गुरसिखां कै मन प्यारी भाणी। गुरु दे सिखां दे मन अंदर प्यारी अमृतमय बाणी भाणी कहिए भा जाती है। उपदेश करे गुर सतगुर पूरा, गुर सतगुर पारे उपकारिया जियो। उपदेश करे पूरा सतगुरु जो, ਉਹ ਗੁਰਸਿੱਖਾਂ ਦੇ ਲਈ ਭਾਰੇ ਉਪਕਾਰ ਨਾਲ ਭਰਿਆ ਹੁੰਦਾ ਹੈ। ਗੁਰੂ ਦੇ ਉਪਦੇਸ਼ ਦੇ ਵਿੱਚ, ਗੁਰਾਂ ਦੀ ਬਾਣੀ ਦੇ ਵਿੱਚ ਭਾਰੇ ਉਪਕਾਰ ਸਭ ਤੋਂ ਉਤਲੇ ਦਰਜੇ ਤੇ ਹੈ। ਗੁਰਬਾਣੀ ਜੀਵਨ ਨੂੰ ਘੜਦੀ ਹੈ, ਗੁਰਬਾਣੀ ਮੁਕਤੀ ਦਾਤਾ ਹੈ, ਗੁਰਬਾਣੀ ਭਾਰੇ ਉਪਕਾਰੀ ਹੈ, ਗੁਰਬਾਣੀ ਮਨੁੱਖੀ ਜੀਵਨ ਨੂੰ ਮਨੁੱਖ ਬਣਾਉਂਦੀ ਹੈ। ਸੋ ਇਹ ਬਾਣੀ ਦੇ ਵੱਖਰੇ ਵੱਖਰੇ ਪ੍ਰਤਾਪ ਨੇ, ਵੱਖਰੀ ਵੱਖਰੀ ਕਲਾ ਹੈ ਗੁਰਬਾਣੀ ਦੀ। ਉਪਦੇਸ਼ ਕਰੇ ਗੁਰ ਸਤਗੁਰ ਪੂਰਾ, ਗੁਰ ਸਤਗੁਰ ਪਾਰੇ ਉਪਕਾਰੀਆ ਜੀਓ। ਜੋ ਪੂਰੇ ਸਤਗੁਰ ਜੀ ਪਾਵਨ ਉਪਦੇਸ਼ ਕਰਦੇ ਨੇ, ਗੁਰ ਸਤਗੁਰ ਪਾਰੇ ਉਪਕਾਰੀਆ ਜੀਓ। ਉਹ ਸਾਹਿਬ ਸੱਚੇ ਪਾਤਸ਼ਾਹ ਜੀ ਹਮੇਸ਼ਾ ਉਹ ਅੰਮ੍ਰਿਤਮय ਉਪਦੇਸ਼ ਦੇ ਵਿੱਚ, ਗੁਰਬਾਣੀ ਦੇ ਵਿੱਚ ਭਾਰੇ ਉਪਕਾਰ ਸੰਮਿਲਿਤ ਬਚਨ ਕਰਦੇ ਨੇ ਕਿ ਜਿਸ ਦੇ ਨਾਲ ਜੀਵਾਂ ਦਾ ਭਲਾ ਹੋਵੇ। ਸੱਤ ਚੌਪ ਦੇ ਮਹੱਲੇ ਚੌਥੇ ਕੇ। ਸੋ ਇੱਥੇ ਸੱਤ ਗਿਣਤੀ ਦੇ, ਜਿੱਦਾਂ 1 2 3 4 5 6 7 ਸੱਤ ਚੌਪ ਦੇ ਇਹ ਗਿਣਤੀ ਦੇ 7 4 ਪਦਿਆਂ ਵਾਲੇ ਸ਼ਬਦ ਚੌਥੇ ਮਹੱਲੇ ਦੇ ਇੱਥੇ ਸੰਪੂਰਨ ਹੋਏ ਜੀ। ਭਲਕੇ ਸ਼ਬਦ ਆਵੇਗਾ ਮਾਝ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਗੁਰੂ ਕਿਰਪਾ ਸਦਕਾ ਆਪਾਂ ਭਲਕੇ ਇੱਥੋਂ ਅੱਗੇ ਕਥਾ ਵਿਚਾਰ ਤੋਰਾਂਗੇ। ਸਾਹਿਬ ਜੀ ਸਭ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭਨਾਂ ਦਾ ਗਾਵਿਆ ਸੁਣਿਆ ਕਮਾਇਆ ਥਾਂ ਪਾਉਣ, ਬੀਜਿਆ ਹਰਿਆ ਭਰਿਆ ਰੱਖਣ, ਕਾਲ ਕੰਟਕ ਦੂਰ ਕਰਨ। ਹਿਰਦਿਆਂ ਦੇ ਵੀ ਮਹਾਰਾਜ ਗੁਰਬਾਣੀ ਦਾ ਅਸਰ ਕਰਨ, ਕਿਰਪਾ ਕਰਨ ਐਸੀ ਕਿ ਗੁਰਬਾਣੀ ਪੜ੍ਹੀ ਸੁਣੀ ਗਾਈ ਦਾ ਵਿਚਾਰੀ ਦਾ ਸਾਡੇ ਹਿਰਦੇ ਤੇ ਵੀ ਅਸਰ ਹੋਵੇ, ਸਭਨਾਂ ਤੇ ਹੋਵੇ। ਆਓ ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰੀਏ, ਫਿਰ ਅਰਦਾਸ ਹੋਵੇਗੀ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਭਾਣੀ। ਉਪਦੇਸ਼ ਕਰੇ ਗੁਰ ਸਤਗੁਰ ਪੂਰਾ, ਗੁਰ ਸਤਗੁਰ ਪਾਰੇ ਉਪਕਾਰੀਆ ਜੀਓ। ਸੱਤ ਚੌਪ ਦੇ ਮਹੱਲੇ ਚੌਥੇ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, हे पूरन हे सर्ब मैं दुख भंजन गुण तास। हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे है पिहो बनहार। हे संतां कै सदा संग निदारा आधार। हे ठाकुर हूँ दास रू, मैं निर्गुण गुण नहीं कोय। नानक दीजै नाम दान, राखो हिय परोय। आए प्रभ शरणागति, कृपा निध दयाल। एक अखर हर मन बस्त,
नानक होत निहाल। वाहिगुरु नाम जहाज है, चढ़े सो तरह पार। जो शरदा कर से मंदे, गुरु पारे उतारन हार। जो शरदा कर से मंदे, गुरु पारे उतारन हार। वाहिगुरु जी का खालसा, वाहिगुरु जी की फतेह। वाहिगुरु तू ठाकुर तुम